ਧੰਨ ਵਾਹਿਗੁਰੂ ਜੀਓ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਏ ਲਇਐ ਨਰਕ ਨਾ ਜਾਈਐ। ਜੀਉ ਪਿੰਡ ਸਭ ਤਿਸ ਦਾ, ਦੇ ਖਾਜੈ ਆਖ ਗਵਾਈਐ। ਜੇ ਲੋੜੈ ਚੰਗਾ ਆਪਣਾ, ਕਰ ਪੁੰਨਹੁ ਨੀਚ ਸਦਾਈਐ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈਐ। ਕੋ ਰਹੈ ਨਾ ਭਰੀਐ ਪਾਈਐ, ਕੋ ਰਹੈ ਨਾ ਭਰੀਐ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣੇ ਮੁਬਾਰਕ ਚਰਨਾਂ ਦੇ ਵਿੱਚ ਆਪਣੀ ਹਜ਼ੂਰੀ ਵਿੱਚ ਜੁੜ ਬੈਠਣ ਦਾ ਇਹ ਅਵਸਰ, ਇਹ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਇਕਾਗਰਤਾ ਸਹਿਤ ਸਰਵਣ ਕੀਤੇ ਨੇ। ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਯਤਨ ਕਰਦੇ ਹਾਂ ਆਸਾ ਦੀ ਵਾਰ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਦੀ ਜੋ ਉਪਦੇਸ਼, ਜੋ ਪ੍ਰੇਰਣਾ ਸਾਡੇ ਜੀਵਨ ਨੂੰ ਹੈ, ਉਸ ਨੂੰ ਅਸੀਂ ਇਸ ਬਾਣੀ ਦੇ ਰਾਹੀਂ ਸਮਝਣ ਦਾ ਅਭਿਆਸ ਕਰਦੇ ਹਾਂ। ਸੋ ਇਸੇ ਲੜੀ ਤਹਿਤ ਆਪ ਜੀ ਨੇ 5ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਦੇ ਨਾਲ ਸੰਬੰਧਿਤ 2 ਸ਼ਲੋਕ ਹਨ ਜਿਹੜੇ ਆਪਾਂ ਪਹਿਲੇ ਦੀਵਾਨਾਂ ਦੇ ਵਿੱਚ ਵਿਚਾਰਨ ਦਾ ਯਤਨ ਕੀਤਾ ਸੀ। ਸੰਖੇਪ ਮਾਤਰ ਵਿੱਚ, ਕਿਉਂਕਿ ਸ਼ਲੋਕਾਂ ਦਾ ਭਾਵ ਔਰ ਪੌੜੀ ਦਾ ਭਾਵ ਆਪਸ ਵਿੱਚ ਰਲਦਾ ਮਿਲਦਾ ਅਤੇ ਸਾਂਝਾ ਹੈ, ਇਸ ਲਈ ਸੰਖੇਪ ਤੌਰ ਦੇ ਉੱਤੇ ਆਪਾਂ ਸ਼ਲੋਕਾਂ ਦੇ ਥੋੜ੍ਹੇ ਜਿਹੇ ਭਾਵ ਨੂੰ ਸਮਝਣ ਦਾ ਫੇਰ ਯਤਨ ਕਰ ਲਈਏ। ਪਹਿਲੇ ਸ਼ਲੋਕ ਵਿੱਚ ਮਹਾਰਾਜ ਨੇ ਫਰਮਾਇਆ, ਇਹ ਜਿਹੜੀ ਕੁਦਰਤ ਹੈ ਇਹ ਆਪਣੇ ਆਪ ਵਿੱਚ ਹੀ ਪਰਮੇਸ਼ਰ ਦੀ ਰਚੀ ਹੋਈ ਅਜਬ ਖੇਡ ਹੈ। ਇਹੋ ਜਿਹੀ ਖੇਡ ਨਾ ਕੋਈ ਰਚ ਸਕਦਾ ਹੈ ਅਤੇ ਨਾ ਕੋਈ ਖੇਡ ਸਕਦਾ ਹੈ। ਕਾਠ ਕੀ ਪੁੱਤਰੀ ਕਹਾ ਕਰੈ ਬਪੁਰੀ, ਖਿਲਾਵਨ ਹਾਰ ਹੋ ਜਾਂਦਾ ਹੈ। ਜਿਵੇਂ ਪੁਤਲੀਆਂ ਨੂੰ ਖਿਡਾਉਣ ਵਾਲਾ ਸੱਜਣ ਆਪ ਪਰਦੇ ਦੇ ਪਿੱਛੇ ਹੁੰਦਾ ਹੈ, ਉਹਨਾਂ ਪੁਤਲੀਆਂ ਦੀਆਂ ਡੋਰਾਂ ਉਹਦੇ ਹੱਥਾਂ ਵਿੱਚ ਹੁੰਦੀਆਂ ਨੇ। ਉਹਨਾਂ ਪੁਤਲੀਆਂ ਨੂੰ ਉਹ ਆਪਣੇ ਹੱਥਾਂ ਦੀਆਂ ਡੋਰਾਂ ਦੇ ਨਾਲ ਖਿੱਚ ਕੇ ਢਿੱਲਿਆਂ ਛੱਡ ਕੇ ਖਿਡਾਉਂਦਾ, ਨਚਾਉਂਦਾ ਹੈ। ਇਹ ਸਾਰੀ ਕਾਇਨਾਤ ਜਿਹੜੀ ਹੈ ਹੁਕਮ ਦੀ ਖੇਡ ਵਿੱਚ ਖੇਡ ਰਹੀ ਹੈ। ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਸੂਰਜ, ਚੰਦ, ਜੀਵ ਵੀ ਕਿਰਤ ਦੇ, ਕਰਮ ਦੇ, ਸੰਸਕਾਰ ਦੇ ਬੱਝੇ ਹੋਏ ਵਿਚਰ ਰਹੇ ਹਨ।
ਕੋਈ ਅੰਤਰ ਪ੍ਰੇਰਣਾ ਜਾਗਦੀ ਹੈ ਤੇ ਜੀਵ ਉੱਠ ਕੇ ਕੋਈ ਨਾ ਕੋਈ ਕਾਰਜ ਵਿੱਚ ਗ੍ਰਸਤ ਹੋ ਜਾਂਦਾ ਹੈ, ਆਪਣੇ ਸੁਭਾਅ ਔਰ ਵਿੱਤ ਮੁਤਾਬਕ ਵਰਤਦਾ ਹੈ। ਜਾਨੀ ਕੋਈ ਸੱਤਾ ਹੈ, ਹਰ ਇੱਕ ਚੀਜ਼ ਦੇ ਪਿੱਛੇ ਕਿਰਿਆਸ਼ੀਲ ਹੈ। ਮਾਨੋ ਜਿਵੇਂ ਕੋਈ ਕਠਪੁਤਲੀਆਂ ਦੀ ਖੇਡ ਹੋਵੇ ਤੇ ਤੰਦਾਂ ਕਿਸੇ ਦੇ ਹੱਥ ਵਿੱਚ ਹੋਣ, ਉਹੀ ਉਸ ਨੂੰ ਤੰਦਾਂ ਦੇ ਰਾਹੀਂ ਨਚਾ ਰਿਹਾ ਹੋਵੇ, ਖਿਲਾਵਨਹਾਰ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਏਡੇ ਵੱਡੇ ਨਾਟ ਨੂੰ, ਏਡੇ ਵੱਡੇ ਪਸਾਰੇ ਨੂੰ, ਏਡੇ ਵੱਡੇ ਸਾਂਗ ਨੂੰ, ਕੁਦਰਤ ਦੇ ਨੂੰ ਮਹਿਸੂਸ ਕਰੋਗੇ ਤਾਂ ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਦੀ ਵੱਡੀ ਸਮਰੱਥਾ ਔਰ ਤਾਕਤ ਤੋਂ ਸਦਾ ਹੀ ਸਦਕੇ ਜਾਣ ਨੂੰ ਮਨ ਕਰੇਗਾ। ਉਹਦੇ ਤੋਂ ਬਲਿਹਾਰ ਜਾਓਗੇ। ਤੁਹਾਨੂੰ ਐਸੇ ਸਿਰਜਣਹਾਰ ਵਾਹਿਗੁਰੂ ਦੇ ਅੱਗੇ ਸੀਸ ਝੁਕਾਉਣ ਦਾ ਆਨੰਦ ਆਏਗਾ ਔਰ ਉਸ ਪਰਮੇਸ਼ਰ ਵਾਹਿਗੁਰੂ ਤੋਂ ਤੁਹਾਡੇ ਮਨ ਨੂੰ ਸਦਾ ਹੀ ਇੱਕ ਪ੍ਰੇਰਣਾ ਮਿਲੇਗੀ ਕਿ ਤੁਸੀਂ ਵੀ ਇਸ ਜਗਤ ਪਸਾਰੇ ਦਾ ਇੱਕ ਹਿੱਸਾ ਹੋ। ਉਹ ਵਾਹਿਗੁਰੂ ਤੁਹਾਡੇ ਅੰਦਰ ਵੀ ਵਰਤ ਰਿਹਾ ਹੈ। ਫਿਰ ਦੂਜੇ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਵੀ ਕੁਝ ਲੋਕ ਝੂਠੇ ਕਰਮ ਕਾਂਡਾਂ ਦੀਆਂ ਖੇਡਾਂ ਵਿੱਚ ਪਰਚ ਜਾਂਦੇ ਹਨ, ਇਸ ਵੱਡੇ ਸਾਂਗ ਨੂੰ ਨਹੀਂ ਜਾਣਦੇ, ਨਿਰਭਉ ਨਿਰੰਕਾਰ ਸੱਚ ਸਦਾ ਰਹਿਣ ਵਾਲੇ ਪਰਮੇਸ਼ਰ ਨੂੰ ਪਛਾਣਦੇ ਨਹੀਂ ਔਰ ਕੇਵਲ ਆਪਣੇ ਮਨ ਦੇ ਸ਼ੁਗਲ ਕਰਦੇ ਨੇ ਔਰ ਮਨ ਦੇ ਸ਼ੁਗਲ ਕਰਨ ਨੂੰ ਹੀ ਉਹ ਧਰਮ ਕਰਮ ਸਮਝਦੇ ਨੇ ਔਰ ਇਹ ਭੁਲੇਖਾ ਪਾਲਦੇ ਨੇ ਵੀ ਇਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਜ਼ਦੀਕ ਹੋ ਜਾਵਾਂਗੇ। ਤੋ ਹਜ਼ੂਰ ਨੇ ਕਿਹਾ, ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਅਦਬ ਹੈ, ਉੱਥੇ ਹੀ ਪਰਮੇਸ਼ਰ ਦਾ ਪ੍ਰੇਮ ਟਿਕਦਾ ਹੈ। ਪਰਮੇਸ਼ਰ ਦੇ ਭਉ ਵਿੱਚ ਜੀਣਾ ਹੀ ਸਭ ਤੋਂ ਵੱਡੀ ਕਿਰਿਆ ਹੈ, ਅਭਿਆਸ ਹੈ। ਹੁਣ ਸਤਿਗੁਰੂ ਪੌੜੀ ਵਿੱਚ ਫਰਮਾਉਂਦੇ ਨੇ, ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਹੇ ਮੇਰੇ ਪਰਮੇਸ਼ਰ, ਤੇਰਾ ਜੋ ਵਜੂਦ ਹੈ ਉਹ ਆਕਾਰ ਤੋਂ ਰਹਿਤ ਹੈ। ਤੇਰੀ ਜਿਹੜੀ ਹੋਂਦ ਹੈ ਉਹ ਖੁਦ ਦੀ, ਭਾਵੇਂ ਤੂੰ ਸਾਰੇ ਜਗਤ ਵਿੱਚ ਵਸਿਆ ਹੋਇਆ, ਇਹ ਰੂਪ ਰੰਗ ਆਕਾਰ ਤੇਰਾ ਹੀ ਹਿੱਸਾ ਨੇ, ਪਰ ਤੇਰਾ ਆਪਣਾ ਇੱਕ ਵੀ ਰੂਪ ਨਹੀਂ। ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕੋ, ਸਹਸ ਮੂਰਤ ਨਨਾ ਇੱਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਤੇਰਾ ਨਾਮ ਨਿਰੰਕਾਰ ਹੈ, ਆਕਾਰ ਰਹਿਤ ਹੈ, ਕੋਈ ਠੋਸ ਰੂਪ ਵਿੱਚ ਨਹੀਂ ਹੈ। ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ, ਕੋਈ ਬਣਤਰ ਨਹੀਂ, ਕੋਈ ਸ਼ੇਪ ਸ਼ਕਲ ਨਹੀਂ। ਤੂੰ ਨਿਰਗੁਣ ਰੂਪ ਹੈ। ਹਰ ਚੀਜ਼ ਦੇ ਪਿੱਛੇ ਤੇਰਾ ਵਜੂਦ ਖੜਾ ਹੈ, ਤੇਰੀ ਹੋਂਦ ਖੜੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਕਿਸੇ ਟਾਹਣੀ ਦੇ ਉੱਤੇ ਰੰਗ ਬਰੰਗੇ ਫੁੱਲ ਮਹਿਕ ਰਹੇ ਨੇ, ਟਹਿਕ ਰਹੇ ਨੇ, ਉਹਨਾਂ 'ਚ ਤੂੰ ਸੁਗੰਧ ਰੂਪ ਵਿੱਚ ਵੀ ਤੂੰ ਹੈ, ਤਾਜ਼ਗੀ ਦੇ ਰੂਪ ਵਿੱਚ ਵੀ ਤੂੰ ਹੈ, ਰੰਗ ਦੇ ਰੂਪ ਵਿੱਚ ਵੀ ਤੂੰ ਹੈ ਔਰ ਖੁਸ਼ਬੂ ਦੇ ਰੂਪ ਵਿੱਚ ਵੀ ਤੂੰ ਹੈ। ਤੂੰ ਇੰਨੀਆਂ ਬਰਕਤਾਂ ਨਾਲ ਪ੍ਰਗਟ ਹੋ ਰਿਹਾ। ਉਹ ਚੀਜ਼ਾਂ ਉਪਜਦੀਆਂ ਨੇ, ਫਿਰ ਤੇਰੀ ਕੁਦਰਤ ਵਿੱਚ ਹੀ ਅਲੋਪ ਹੋ ਜਾਂਦੀਆਂ ਨੇ, ਫਿਰ ਨਵੇਂ ਰੰਗ ਪੈਦਾ ਹੋ ਜਾਂਦੇ ਨੇ। ਕੀ ਮਨੁੱਖ ਇਹੋ ਜਿਹੀਆਂ ਘਾੜਤਾਂ ਘੜ ਸਕਦਾ? ਚਾਹ ਕੇ ਵੀ ਨਹੀਂ, ਸੋਚ ਵੀ ਨਹੀਂ ਸਕਦਾ। ਘੜਨਾ ਤੇ ਬਹੁਤ ਦੂਰ ਦੀ ਗੱਲ ਹੈ, ਕਰਨਾ ਤੇ ਸੈਕੰਡਰੀ ਹੁੰਦਾ, ਸੋਚਣਾ ਪਹਿਲਾਂ ਹੁੰਦਾ। ਖਿਆਲ ਸ਼ਕਤੀ ਵਿੱਚ ਕੋਈ ਗੱਲ ਲਿਆਉਣੀ, ਇਮੈਜੀਨੇਸ਼ਨ ਕਰਨੀ। ਅਜਿਹੀ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ ਜਿਹੋ ਜਿਹੀਆਂ ਅਨੰਤ ਭਾਂਤ ਦੀਆਂ ਅਜਬ ਖੇਡਾਂ ਔਰ ਅਜਬ ਚੀਜ਼ਾਂ ਇਸ ਕੁਦਰਤ ਵਿੱਚ ਕਾਦਰ ਨੇ ਰਚੀਆਂ ਹੋਈਆਂ ਹਨ। ਨਾਨਾ ਰੂਪ, ਨਾਨਾ ਜਾ ਕੇ ਰੰਗ। ਨਾਨਾ ਦਾ ਅਰਥ ਹੈ ਬਹੁ ਪ੍ਰਕਾਰ ਦੇ, ਅਨੇਕ ਭਾਂਤੀ। ਕਿੰਨੇ ਰੂਪ ਨੇ ਗਿਣੇ ਨਹੀਂ ਜਾ ਸਕਦੇ, ਕਿੰਨੇ ਰੰਗ ਨੇ ਗਿਣਤੀ ਨਹੀਂ ਹੋ ਸਕਦੀ, ਕਿੰਨੇ ਆਕਾਰ ਨੇ ਗਿਣਤੀ ਨਹੀਂ ਹੋ ਸਕਦੀ, ਕਿੰਨੇ ਸੁਭਾਅ ਨੇ ਗਿਣਤੀ ਨਹੀਂ ਕੀਤੀ ਜਾ ਸਕਦੀ। ਨਾਨਾ ਰੂਪ, ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈਂ ਕਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਬਿਨਾਸ਼ੀ ਏਕ ਓੰਕਾਰ। ਆਪ ਉਹ ਅਬਿਨਾਸ਼ੀ ਹੈ। ਆਕਾਰ ਉਪਜਦੇ ਨੇ, ਬਿਨਸ ਜਾਂਦੇ ਨੇ, ਰੂਪ ਪੈਦਾ ਹੁੰਦਾ ਹੈ, ਰੰਗ ਪੈਦਾ ਹੁੰਦਾ ਹੈ, ਆਕਾਰ ਪੈਦਾ ਹੁੰਦਾ ਹੈ, ਫਿਰ ਕੁਦਰਤ ਵਿੱਚ ਵਿਲੀਨ ਹੋ ਜਾਂਦਾ ਹੈ। ਪਰ ਆਪ ਉਹ ਨਿਰੰਕਾਰ ਪਰਮੇਸ਼ਰ ਸਦਾ ਕਾਇਮ ਹੈ।
ਅਬਿਨਾਸ਼ੀ ਹੈ, ਨਾ ਨਾਸ਼ ਹੋਣ ਵਾਲੀ ਸੱਤਾ, ਉਹ ਲਗਾਤਾਰ ਕਿਰਿਆਸ਼ੀਲ ਹੈ। ਨਾਨਾ ਚਲਤ ਕਰੇ ਖਿਨ ਮਾਹੇ, ਕਈ ਭਾਂਤ ਦੇ ਚਲਤ ਖੇਡਾਂ ਰਚਦਾ ਹੈ ਉਹ। ਸੋ ਸਾਹਿਬ ਸਤਿਗੁਰੂ ਕਹਿੰਦੇ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਹੇ ਪਰਮੇਸ਼ਰ ਜੀ, ਜਿਹੜੇ ਜੀਵ ਤੁਹਾਡੀ ਯਾਦ ਵਿੱਚ ਜੁੜਦੇ ਹਨ, ਤੁਹਾਡੇ ਹੁਕਮ ਮੂਜਬ ਚੱਲਦੇ ਹਨ, ਤੁਹਾਡੇ ਗੁਣਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਉਂਦੇ ਹਨ, ਤੁਹਾਡੀ ਹੋਂਦ ਦਾ ਯਕੀਨ ਪਾਲਦੇ ਔਰ ਅਹਿਸਾਸ ਕਰਦੇ ਹਨ ਤੁਹਾਡੇ ਹੋਣ ਦਾ, ਉਹ ਵਿਸ਼ਿਆਂ ਦੇ, ਵਿਕਾਰਾਂ ਦੇ, ਕਰਮ ਕਾਂਡਾਂ ਔਰ ਅਗਿਆਨ ਦੇ ਨਰਕ ਵਿੱਚ ਨਹੀਂ ਡਿੱਗਦੇ। ਇਹ ਸਾਰੇ ਨਰਕ ਨੇ, ਕਰਮ ਕਾਂਡ ਵੀ ਨਰਕ ਹੈ, ਵਿਸ਼ੇ ਵਿਕਾਰ ਵੀ ਨਰਕ ਨੇ। ਇਹਨਾਂ ਦਾ ਮੂਲ ਹੈ ਅਗਿਆਨ। ਅਗਿਆਨ ਕਾਰਨ ਜੀਵ ਕਰਮ ਕਾਂਡ ਕਰਦਾ, ਅਗਿਆਨ ਕਾਰਨ ਵਿਸ਼ਿਆਂ 'ਚ ਗਲਤਾਨ ਹੁੰਦਾ। ਸਤਿਗੁਰੂ ਕਹਿੰਦੇ ਉਹ ਅਗਿਆਨਤਾ ਕਾਰਨ ਵਿਸ਼ਿਆਂ ਵਿਕਾਰਾਂ ਔਰ ਕਰਮ ਕਾਂਡਾਂ ਦੇ ਨਰਕ ਵਿੱਚ ਨਹੀਂ ਪੈਂਦਾ, ਉਹ ਇਹਨਾਂ ਤੋਂ ਬਚ ਜਾਂਦਾ ਹੈ, ਕਿਉਂਕਿ ਉਹਦੀ ਸੁਰਤ ਪਾਕ ਪਵਿੱਤਰ ਪਰਮੇਸ਼ਰੀ ਹਸਤੀ ਦੀ ਬੰਦਗੀ ਦੇ ਵਿੱਚ, ਇਬਾਦਤ ਦੇ ਵਿੱਚ ਜੁੜੀ ਹੁੰਦੀ। ਉਹ ਰੱਬੀ ਗੁਣਾਂ ਦਾ ਚਿੰਤਨ ਕਰਦਾ ਹੈ, ਵਾਹਿਗੁਰੂ ਦੇ ਹੁਕਮ ਨੂੰ ਆਤਮਸਾਤ ਕਰ ਲੈਂਦਾ ਹੈ, ਹਿਰਦੇ ਵਿੱਚ ਵਸਾ ਲੈਂਦਾ ਹੈ, ਉਹਦਾ ਰੂਪ ਹੋ ਜਾਂਦਾ ਹੈ। ਫਿਰ ਮਹਾਰਾਜ ਸਮਝਾਉਂਦੇ ਨੇ, ਹੇ ਮਨੁੱਖ, ਜੀਓ ਪਿੰਡ ਸਭ ਤਿਸ ਦਾ। ਜੀ ਦਾ ਅਰਥ ਹੈ ਜਿੰਦ, ਸਾਹ, ਆਤਮਾ, ਚੇਤਨਾ, ਸੰਚਾਲਕ ਸ਼ਕਤੀ ਜਿਹੜੀ ਜਿਵੇਂ ਸਾਡੀ ਦੇਹੀ ਹੈ। ਪਿੰਡ ਸਰੀਰ ਨੂੰ ਕਹਿੰਦੇ ਨੇ। ਸਰੀਰ ਤਾਂ ਹੁਣ ਤੱਤਾਂ ਦੀ ਰਚਨਾ ਹੈ, ਪਲ ਪਲ ਬਦਲਦਾ ਹੈ। ਸਤਿਗੁਰੂ ਕਹਿੰਦੇ ਨੇ ਇਹ ਬਿਨਸਦਾ ਵੀ, ਜਿਵੇਂ ਪੈਦਾ ਹੋਇਆ ਨੇ ਬਿਨਸਣਾ, ਪਲ ਪਲ ਇਹਦੇ 'ਚ ਤਬਦੀਲੀ ਆਉਂਦੀ ਹੈ, ਹਰ ਚੀਜ਼ ਦਾ ਇਫੈਕਟ ਇਹਦੇ 'ਤੇ ਪੈਂਦਾ ਹੈ। ਪਰ ਕਿਹੜੀ ਚੀਜ਼ ਹੈ ਜਿਸ ਕਰਕੇ ਇਸ ਮਿੱਟੀ ਨੂੰ ਨੂਰੋ ਨੂਰ ਕੀਤਾ ਗਿਆ? ਖਾਕ ਨੂਰ ਕਰਦੰਗ ਆਲਮ ਦੁਨਿਆਏ, ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਏ। ਵੀ ਹੈ ਤੇ ਤਨ ਮਿੱਟੀ, ਪਰ ਉਹ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚ ਨੂਰ ਬਣ ਕੇ ਇਸ ਸਰੀਰ ਨੂੰ ਚਲਾ ਰਹੀ ਹੈ, ਇਹਨੂੰ ਕਿਰਿਆ ਕਰਵਾ ਰਹੀ ਹੈ, ਇਹਨੂੰ ਕਿਰਿਆਸ਼ੀਲ ਰੱਖ ਰਹੀ ਹੈ। ਇਹਨੇ ਪਰਿਵਰਤਨ ਕਿਹੜੀ ਸੱਤਾ ਕਰਕੇ ਵਾਪਰ ਰਹੇ ਨੇ? ਇੰਨੀਆਂ ਤਬਦੀਲੀਆਂ ਇੱਕ ਦੇਹੀ ਵਿੱਚ ਹੀ ਵਾਪਰਦੀਆਂ ਨੇ। ਇੰਨਾ ਕੁਝ ਸਰੀਰ ਦੀ ਦਿੱਖ ਵਿੱਚ ਹੀ ਵਾਪਰ ਜਾਂਦਾ ਹੈ। ਕਿਹੜੀ ਸੱਤਾ, ਕਿਹੜੀ ਚੇਤਨਾ ਹੈ? ਉਹ ਚੇਤਨਾ, ਉਹ ਸੰਚਾਲਕ ਸ਼ਕਤੀ ਜਿਹੜੀ ਇਸ ਦੇਹ ਨੂੰ ਚਲਾਉਂਦੀ, ਉਹਨੂੰ ਜੀਓ ਕਿਹਾ। ਜਿੰਦ, ਆਤਮਾ, ਚੇਤਨਾ। ਉਹਨੂੰ ਬਾਣੀ ਵਿੱਚ ਕਿਤੇ ਮਹਾਰਾਜ ਨੇ ਭੌਰ ਲਿਖਿਆ, ਕਿਤੇ ਹੰਸ ਲਿਖਿਆ, ਕਿਤੇ ਆਤਮਾ ਲਿਖਿਆ। ਵੱਖ-ਵੱਖ ਸ਼ਬਦਾਂ ਨਾਲ ਸਤਿਗੁਰੂ ਨੇ ਉਸ ਸੰਚਾਲਕ ਸ਼ਕਤੀ ਦਾ ਜ਼ਿਕਰ ਕੀਤਾ। ਤੋ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਜਿੰਦ ਹੈ ਔਰ ਇਹ ਜਿਹੜਾ ਪਿੰਡ ਸਰੀਰ ਹੈ, ਸਭ ਤਿਸ ਦਾ, ਇਹ ਸਭ ਉਸ ਪਰਮੇਸ਼ਰ ਦੀ ਹੀ ਰਚਨਾ ਹੈ। ਦੇਹ ਖਾਜਾ ਹੈ ਔਰ ਫਿਰ ਇਸ ਸਰੀਰ ਨੂੰ ਉਹ ਖੁਰਾਕ ਵੀ ਦਿੰਦਾ ਹੈ, ਹਰ ਜੀਵ ਨੂੰ ਪਾਲ ਰਿਹਾ। ਜਿੱਥੇ ਜਿੱਥੇ ਜੀਵ ਜਿਹੜੇ ਪਾਣੀ 'ਚ ਪੈਦਾ ਕੀਤੇ, ਉਹਨਾਂ ਦੀ ਖੁਰਾਕ ਉੱਥੇ ਰੱਖੀ। ਮਾਰੂਥਲ ਵਿੱਚ ਜੀਣ ਪੈਦਾ ਹੋਣ ਵਾਲੇ ਜੀਵਾਂ ਦੀ ਖੁਰਾਕ ਮਾਰੂਥਲ 'ਚ, ਉਹਨਾਂ ਨੂੰ ਸਾਗਰਾਂ ਦੀ ਡੂੰਘਾਈ 'ਚ ਨਹੀਂ ਉਤਰਨਾ ਪੈਂਦਾ। ਪਹਾੜਾਂ, ਪੱਥਰਾਂ, ਹਰ ਜਗ੍ਹਾ 'ਤੇ ਜਿੱਥੇ ਜਿੱਥੇ ਕੋਈ ਜੀਵ ਰਚਿਆ, ਉਹਦੇ ਜੀਵਨ ਦੀ ਧਾਰਾ ਉੱਥੇ ਹੀ ਵਗਾ ਦਿੱਤੀ, ਉਹਦੇ ਜੀਣ ਦੇ ਸੋਰਸ ਵੀ ਉੱਥੇ ਹੀ ਪੈਦਾ ਕਰ ਦਿੱਤੇ। ਉੱਥੇ ਉੱਥੇ ਉਹ ਜੀਵ ਜਿਹੜੇ ਉਹ ਆਪਣਾ ਆਪਣਾ ਖਾਜਾ, ਆਪਣਾ ਆਪਣੀ ਖੁਰਾਕ, ਆਪਣੇ ਆਪਣੇ ਜੀਵਨ ਦਾ ਚੱਕਰ ਚਲਾ ਰਹੇ ਨੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਜਾਨੀ ਬਹੁਤ ਅਨੰਤ ਪਸਾਰ ਹੈ। ਇੱਕ ਵਿਅਕਤੀ ਕਿਸੇ ਸਰੋਵਰ ਦੇ ਵਿੱਚ ਕੰਢੇ ਬਹਿ ਕੇ ਰੋਟੀ ਦੇ ਨਿੱਕੇ ਨਿੱਕੇ ਟੁਕੜੇ ਸੁੱਟ ਕੇ ਤੇ ਇਹ ਸੋਚ ਰਿਹਾ ਸੀ ਵੀ ਜੇ ਮੈਂ ਇਹਨਾਂ ਮੱਛੀਆਂ ਨੂੰ ਰੋਟੀ ਨਾ ਪਾਉਂਦਾ ਤਾਂ ਇਹਨਾਂ ਤੇ ਮਰ ਜਾਣਾ ਸੀ। ਉਹਨੇ ਕਿਹਾ, ਵੇਖਿਆ ਮੈਂ ਕਿੰਨਾ ਪੁੰਨ ਕੀਤਾ। ਦੂਜੇ ਬੰਦੇ ਨੇ ਕਿਹਾ, ਤੂੰ ਭੁਲੇਖੇ 'ਚ ਹੈ, ਮੱਛੀਆਂ ਰੋਟੀ ਦੇ ਆਸਰੇ ਨਹੀਂ ਜੀਂਦੀਆਂ, ਇਹਨਾਂ ਦੀ ਖੁਰਾਕ ਇਸ ਪਾਣੀ ਦੇ ਵਿੱਚ ਹੀ ਪਈ ਹੈ। ਤੂੰ ਨਾ ਵੀ ਆਏ ਨਾ ਮਹੀਨਾ ਇੱਥੇ, ਇਹ ਮੱਛੀਆਂ ਤਾਂ ਵੀ ਤੈਨੂੰ ਇਸੇ ਤਰ੍ਹਾਂ ਠਕੇਲੀਆਂ ਕਰਦੀਆਂ, ਪਾਣੀ ਦੇ ਵਿੱਚ ਛਾਲਾਂ ਮਾਰਦੀਆਂ, ਤਾਂ ਠਾਂ ਹੁੰਦੀਆਂ, ਤੈਨੂੰ ਵਿਖਾਈ ਦੇਣਗੇ, ਮਰਨਗੀਆਂ ਨਹੀਂ ਤੇਰੇ ਨਾਂ ਆਉਣ 'ਤੇ, ਕਿਉਂਕਿ ਇਹਨਾਂ ਦੀ ਖੁਰਾਕ ਜਾਲਾ, ਪਾਣੀ ਦੇ ਵਿੱਚ ਹੀ ਇਹਨਾਂ ਦੀ ਖੁਰਾਕ ਹੈ, ਪਾਣੀ 'ਚ ਹੀ ਜੀਣੇ। ਇਹਨੂੰ ਪਾਣੀ 'ਚੋਂ ਕੱਢ ਲੈ, ਖਵਾਈ ਜਾ ਰੋਟੀ, ਨਹੀਂ ਬਚੂਗੀ।
ਪਰਮੇਸ਼ਰ ਨੇ ਜਿੱਥੇ ਜਿਹੜਾ ਜੀਵ ਪੈਦਾ ਕੀਤਾ ਹੈ ਉਹਦੀ ਖੁਰਾਕ ਉੱਥੇ ਰਚ ਦਿੱਤੀ, ਉਹਦੇ ਸੋਰਸ ਉੱਥੇ ਰੱਖ ਦਿੱਤੇ। ਕਿੰਨਾ ਬੇਅੰਤ ਹੈ ਉਹ, ਦੇ ਖਾਜਾ ਹੈ, ਪਰ ਉਹ ਕਿੰਨਾ ਕੁ ਦੇ ਰਿਹਾ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। ਮਹਾਰਾਜ ਕਹਿੰਦੇ ਜੇ ਕੋਈ ਆਖਣ ਦੀ ਕੋਸ਼ਿਸ਼ ਕਰੇ ਨਾ, ਦੱਸਣ ਦੀ, ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੇ ਵੀ ਮੈਂ ਦੱਸਦਾ ਪਰਮੇਸ਼ਰ ਕਿੰਨਾ ਕੁ ਸੰਸਾਰ ਨੂੰ ਵੰਡ ਰਿਹਾ, ਉਹ ਕਿੰਨਾ ਕੁ ਤਾਂ ਕਿਸੇ ਹੱਦ ਵਿੱਚ ਹੀ ਬਿਆਨ ਕਰੇਗਾ ਨਾ ਮਨੁੱਖ, ਪਰ ਉਹ ਤਾਂ ਬੇਹੱਦ ਹੈ, ਅਨੰਤ ਹੈ, ਅੰਦਾਜ਼ੇ ਹੀ ਨਹੀਂ ਲਾਏ ਜਾ ਸਕਦੇ। ਜੇ ਕੋਈ ਆਖਣ ਦੀ ਕੋਸ਼ਿਸ਼ ਕਰੇ, ਦਾਅਵਾ ਕਰੇ, ਜਾਂ ਇਹ ਅਭਿਆਸ ਕਰਨ ਦਾ ਆਹਰ ਕਰੇ ਵੀ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਵੀ ਇੰਨਾ ਰੱਬ ਵੰਡ ਰਿਹਾ ਜੀਵਾਂ ਨੂੰ, ਤਾਂ ਮਹਾਰਾਜ ਕਹਿੰਦੇ ਆਖ ਗਵਾਈ ਹੈ। ਐਵੇਂ ਆਪਣਾ ਆਪ ਗਵਾਉਣ ਵਾਲੀ ਗੱਲ ਹੈ। ਯਾਨੀ ਜਿਹੜੀ ਮਨੁੱਖ ਦੇ ਪੱਲੇ ਸਿਆਣਪ ਹੁੰਦੀ ਹੈ, ਦਨਾਈ ਹੁੰਦੀ ਹੈ, ਸਮਝ ਹੁੰਦੀ ਹੈ, ਉਹਦਾ ਪਾਜ ਖੁੱਲ੍ਹ ਜਾਂਦਾ ਹੈ ਵੀ ਇਹ ਤੁੱਛ ਜਿਹਾ ਬੰਦਾ ਕਿੱਡੇ ਵੱਡੇ ਦਾਅਵੇ ਕਰਨ ਲੱਗਿਆ ਹੋਇਆ ਵੀ ਇੰਨੀ ਤੇਰੀ ਸਮਰੱਥਾ ਥੋੜ੍ਹੀ ਹੈ। ਦੇ ਖਾਜਾ ਆਖ ਗਵਾਈ, ਜੇ ਲੋੜਾ ਹੈ ਚੰਗਾ ਆਪਣਾ। ਫਿਰ ਮਹਾਰਾਜ ਜੀਵਾਂ ਨੂੰ ਸਮਝਾਉਂਦੇ ਨੇ, ਹੇ ਭਾਈ ਜੇ ਤੂੰ ਆਪਣਾ ਚੰਗਾ ਭਲਾ ਲੋੜਦਾ ਹੈ, ਜੇ ਤੂੰ ਆਪਣਾ ਭਲਾ ਲੋੜਦਾ ਹੈ ਵੀ ਤੇਰੇ ਜੀਵਨ ਦਾ ਕਲਿਆਣ ਹੋਵੇ, ਤੇਰੀ ਸੁਰਤ ਵਿੱਚ ਟਿਕਾਊ ਬਣੇ, ਤੇਰਾ ਮਨ ਠਹਿਰਾਓ ਵਿੱਚ ਰਹੇ, ਜੀਵਨ ਉਤਸ਼ਾਹਪੂਰਨ ਚੜ੍ਹਦੀ ਕਲਾ ਵਿੱਚ ਰਹੇ, ਵਿਸ਼ੇ ਵਿਕਾਰਾਂ ਤੋਂ ਮੈਂ ਬਚਿਆ ਰਹਾਂ, ਪਾਪ ਬੁਰਾਈ ਅਵਗਣ ਵਿਕਾਰ ਔਰ ਅਗਿਆਨ ਤੋਂ ਮੇਰਾ ਛੁਟਕਾਰਾ ਰਹੇ, ਜੇ ਤੂੰ ਇਹ ਭਲਾ ਚਾਹੁੰਦਾ ਹੈ ਆਪਣੇ ਜੀਵਨ ਦਾ। ਸਤਿਗੁਰੂ ਆਖਦੇ ਨੇ ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ, ਭਲੇ ਕਰਮ ਕਰਿਆ ਕਰ, ਨੇਕ ਅਮਲ ਕਮਾ। ਨੇਕ ਅਮਲ ਕਮਾ, ਪਰ ਨੇਕ ਅਮਲ ਕਰਨ ਤੋਂ ਬਾਅਦ ਜਾਂ ਨੇਕ ਅਮਲ ਕਰਦਿਆਂ ਹੋਇਆਂ ਨੀਚ ਸਦਾਈਏ, ਆਪਣੇ ਆਪ ਨੂੰ ਸਦਾ ਨੀਵਾਂ ਸਦਾਈਏ, ਹੰਕਾਰ ਗੁਰੂਰ ਨਾ ਕਰੇ। ਕਿਉਂਕਿ ਨੇਕ ਅਮਲ ਉਸ ਵੇਲੇ ਜੀਵਨ ਦਾ ਫਾਇਦਾ ਨਹੀਂ ਕਰਦਾ ਜਦੋਂ ਉਸ ਨੇਕ ਅਮਲ ਨੂੰ ਕਰਨ ਤੋਂ ਬਾਅਦ ਜਾਂ ਕਰਦਿਆਂ ਹੋਇਆਂ ਮਨੁੱਖ ਦੇ ਅੰਦਰ ਗਰੂਰ ਪੈਦਾ ਹੋਵੇ। ਤੀਰਥ ਬ੍ਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉ ਕੁੰਚ ਰਿਸ਼ਨਾ। ਤੋ ਮਹਾਰਾਜ ਕਹਿੰਦੇ ਕਰ ਪੁੰਨੋ, ਪੁੰਨ ਕਰਮ ਕਰ, ਭਲਾ ਕਰਮ ਕਰ, ਨੇਕ ਅਮਲ ਕਮਾ, ਨੀਚ ਸਦਾਈਏ, ਔਰ ਆਪਣੇ ਆਪ ਨੂੰ ਸਦਾ ਨੀਵਾਂ ਸਦਾਈਏ, ਨੀਵਾਂ ਰੱਖੀਏ। ਕਿਸੇ ਵੀ ਕੀਤੇ ਹੋਏ ਭਲੇ ਕਰਮ ਦਾ ਜਾਂ ਭਲਾ ਕਰਮ ਕਰਦਿਆਂ ਹੋਇਆਂ ਗੁਰੂਰ ਤੋਂ ਬਚੀਏ, ਹਉ ਤੋਂ ਬਚੀਏ। ਫਿਰ ਹਜ਼ੂਰ ਕਹਿੰਦੇ ਨੇ ਜੇ ਜਰਵਾਣਾ ਪਰ ਹਰੈ। ਜਰਵਾਣਾ ਦਾ ਮਤਲਬ ਹੁੰਦਾ ਜ਼ੋਰਦਾਰ ਚੀਜ਼। ਜੇ ਜਰਵਾਣਾ ਪਰਹਰ ਹੈ, ਪਰਹਰ ਦਾ ਮਤਲਬ ਹੈ ਤਿਆਗੀ ਹੈ। ਜਿਵੇਂ ਸਰੀਰ ਦੇ ਉੱਤੇ ਮਨੁੱਖ ਬੱਚੇ ਤੋਂ ਜਵਾਨੀ ਤੱਕ ਪਹੁੰਚਦਾ ਹੈ, ਹੌਲੀ ਹੌਲੀ ਜਵਾਨੀ ਦਾ ਸਮਾਂ ਗੁਜ਼ਰਦਾ ਹੈ, ਸਰੀਰ ਜਦੋਂ ਬੁਢੇਪੇ ਵਾਲੇ ਤੁਰਦਾ ਹੈ ਤੇ ਨਿਸ਼ਾਨੀਆਂ ਸਰੀਰ 'ਚੋਂ ਪ੍ਰਗਟ ਹੁੰਦੀਆਂ ਨੇ। ਕੇਸ ਚਿੱਟੇ ਹੋ ਜਾਂਦੇ ਨੇ, ਚਮੜੀ 'ਤੇ ਝੁਰੜੀਆਂ ਪੈ ਜਾਂਦੀਆਂ ਨੇ, ਸਰੀਰ ਦੇ ਅੰਗ ਜਿਉਂ-ਜਿਉਂ ਪੁਰਾਣੇ ਹੋਣਗੇ ਸਿੱਥਲ ਕਮਜ਼ੋਰ ਹੁੰਦੇ ਜਾਣਗੇ। ਹਰ ਚੀਜ਼ ਦੇ ਉੱਤੇ ਫਰਕ ਪਏਗਾ। ਮਨੁੱਖ ਨੇ ਕਿਉਂਕਿ ਬਚਪਨ ਹੰਢਾਇਆ ਹੁੰਦਾ, ਜਵਾਨੀ ਦਾ ਜਵਾਲ ਵੇਖਿਆ ਹੁੰਦਾ ਹੈ, ਫਿਰ ਉਹਨੂੰ ਇਹ ਕਮਜ਼ੋਰੀਆਂ ਚੰਗੀਆਂ ਨਹੀਂ ਪਾਸਦੀਆਂ। ਉਹ ਫਿਰ ਆਪਣੇ ਬਚਪਨ ਬਾਰੇ ਸੋਚਦਾ ਹੈ, ਜਵਾਨੀ ਬਾਰੇ ਸੋਚਦਾ ਹੈ ਵੀ ਮੈਂ ਅੱਖ ਦੇ ਫੋਰ ਵਿੱਚ ਇੰਨਾ ਪੈਂਡਾ ਕਰਨ ਵਾਲਾ, ਹੁਣ ਮੇਰੇ ਪੈਰ ਕੰਮ ਨਹੀਂ ਕਰਦੇ, ਗੋਡੇ ਗਿੱਟੇ ਕੰਮ ਨਹੀਂ ਕਰਦੇ, ਮੇਰੀਆਂ ਅੱਖਾਂ ਕੰਮ ਨਹੀਂ ਕਰਦੀਆਂ, ਕੰਨ ਕੰਮ ਨਹੀਂ ਕਰਦੇ, ਕੇਸ ਚਿੱਟੇ ਹੋ ਗਏ ਨੇ, ਸਰੀਰ ਹੁਣ ਕਮਜ਼ੋਰ ਹੋ ਰਿਹਾ ਹੈ। ਜਰਵਾਣਾ ਦਾ ਮਤਲਬ ਜ਼ੋਰਦਾਰ ਚੀਜ਼। ਸਮਾਂ ਬਲਵਾਨ ਹੈ, ਹਰ ਚੀਜ਼ ਨੂੰ ਪੁਰਾਣਿਆਂ ਕਰ ਦਿੰਦਾ ਹੈ। ਹੁਣ ਪਾਤਸ਼ਾਹ ਕਹਿੰਦੇ ਨੇ ਜੇ ਮਨੁੱਖ ਇਸ ਨੂੰ ਦੂਰ ਕਰਨ ਦਾ ਯਤਨ ਕਰੇ, ਢੱਕਣ ਦੀ ਕੋਸ਼ਿਸ਼ ਕਰੇ, ਕਹਿ ਲਓ ਵੀ ਇਹਨੂੰ ਢੱਕਣ ਦੀ ਕੋਸ਼ਿਸ਼ ਕਰੇ ਵੀ ਮੇਰੀਆਂ ਝੁਰੜੀਆਂ ਦੂਰ ਹੋ ਜਾਣ, ਮੈਂ ਦਿਸਾਂ ਹੀ ਨਾ ਵੀ ਮੈਂ ਪੁਰਾਣਾ ਹੋ ਰਿਹਾ ਜਾਂ ਮੇਰੇ ਸਰੀਰ 'ਤੇ ਇਫੈਕਟ ਪੈ ਰਿਹਾ, ਪ੍ਰਭਾਵ ਪੈ ਰਿਹਾ। ਮਹਾਰਾਜ ਕਹਿੰਦੇ ਨੇ ਕਿੰਨਾ ਕੁ ਕੱਜੇਗਾ, ਇਹ ਤਾਂ ਕੁਦਰਤ ਦਾ ਹੁਕਮ ਹੈ, ਟਾਲਿਆ ਨਹੀਂ ਜਾ ਸਕਦਾ। ਜਿਵੇਂ ਮੌਤ ਨਹੀਂ ਨਾ ਟਾਲੀ ਜਾ ਸਕਦੀ,
ਤੋ ਕੁਦਰਤ ਅੱਗੇ ਮਨੁੱਖ ਦੀ ਤਾਕਤ ਨਹੀਂ ਚੱਲਦੀ। ਯਤਨ ਭਾਵੇਂ ਲੱਖ ਕਰੇ ਮਨੁੱਖ ਵੀ ਮੈਂ ਕੋਈ ਜ਼ੋਰ ਚਲਾ ਲਵਾਂ, ਨਹੀਂ ਚੱਲੇਗਾ। ਮਹਾਰਾਜ ਕਹਿੰਦੇ ਜਿਹਨੇ ਤੈਨੂੰ ਸਿਰਜਿਆ, ਉਸ ਸਿਰਜਣਹਾਰ ਦੇ ਨਾਲ ਜਿਸ ਅੱਗੇ ਜ਼ੋਰ ਨਾ ਚੱਲਈ, ਖਲੇ ਕੀਚੈ ਅਰਦਾਸ। ਉਹਦੇ ਸਾਹਮਣੇ ਨਿਉ ਜਾਈਏ ਵੀ ਤੇਰਾ ਹੁਕਮ ਅਟੱਲ ਹੈ, ਤੂੰ ਪੈਦਾ ਕਰਨ ਵਾਲਾ ਹੈ, ਤਬਦੀਲੀਆਂ ਵੀ ਤੂੰ ਹੀ ਬਖਸ਼ੀਆਂ ਨੇ, ਕੋਈ ਬਾਹਰੋਂ ਨਹੀਂ ਆਈਆਂ। ਇਹ ਪੈਕੇਜ ਪੂਰਾ ਹੀ ਮਿਲਿਆ, ਜਨਮ ਮਿਲਿਆ ਹੈ, ਜੀਵਨ ਮਿਲਿਆ ਹੈ, ਦੁੱਖ ਸੁੱਖ ਦਾ ਪੈਕੇਜ ਨਾਲ ਹੀ ਤੂੰ ਦਿੱਤਾ ਹੈ। ਇਹ ਸਾਰਾ ਕੁਝ ਇਕੱਠਾ ਹੀ ਹੈ। ਇਹਨੂੰ ਅਲੱਗ-ਅਲੱਗ ਕਰਕੇ ਮੈਂ ਇਹ ਨਹੀਂ ਵੀ ਆਪਣੀ ਮਰਜ਼ੀ ਦਾ ਰੱਖ ਲਵਾਂ, ਤੇਰੀ ਮਰਜ਼ੀ ਦਾ ਛੱਡ ਦਿਆਂ, ਇਸ ਤਰ੍ਹਾਂ ਨਹੀਂ ਹੋਣਾ। ਇਹ ਸਭ ਕੁਝ ਇਕੱਠਾ ਹੈ। ਜੀਵਨ ਇਸੇ ਚੀਜ਼ ਦਾ ਨਾਮ, ਉਸਤਤ ਵੀ ਹੁੰਦੀ ਹੈ, ਨਿੰਦਾ ਵੀ ਹੁੰਦੀ ਹੈ, ਦੁੱਖ ਵੀ ਆਉਂਦਾ ਹੈ, ਸੁੱਖ ਵੀ ਆਉਂਦਾ ਹੈ, ਘਾਟਾ ਵੀ ਪੈਂਦਾ, ਵਾਧਾ ਵੀ ਹੁੰਦਾ ਹੈ। ਸਭ ਕੁਝ ਇਹ ਜੀਵਨ ਦੀ ਖੇਡ ਹੈ, ਜੀਵਨ ਦੇ ਵਿੱਚ ਹੀ ਹੈ ਸਾਰਾ ਕੁਝ। ਉਹ ਵੱਖਰੀ ਗੱਲ ਹੈ ਕਿ ਕੁਝ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਨੇ, ਅਸੀਂ ਕਹਿੰਦੇ ਉਹ ਰਹਿਣ। ਕੁਝ ਨਹੀਂ ਚੰਗੀਆਂ ਲੱਗਦੀਆਂ, ਆਪਾਂ ਕਹਿੰਦੇ ਨਹੀਂ ਇਹ ਨਹੀਂ ਹੋਣੀਆਂ ਚਾਹੀਦੀਆਂ। ਪਰ ਹੁੰਦਾ ਉਹੀ, ਵਧੀ ਸੋ ਵਜਗ ਨਾਨਕਾ। ਕੋਈ ਲੱਖ ਦੁਨੀਆ ਦੇ ਵਿੱਚ ਦਾਅਵੇ ਕਰ ਲਵੇ, ਦੌੜ ਭੱਜ ਕਰ ਲਵੇ, ਪਰ ਮਹਾਰਾਜ ਕਹਿੰਦੇ ਨੇ ਵਰਤੇਗਾ ਉਹੀ ਜੋ ਉਹਦੇ ਹੁਕਮ ਵਿੱਚ ਹੈ, ਜੋ ਦੀ ਰਜ਼ਾ ਵਿੱਚ ਹੈ, ਕਿਉਂਕਿ ਉਹਦਾ ਹੁਕਮ ਅਟੱਲ ਹੈ। ਪਾਤਸ਼ਾਹ ਜੀ ਕਹਿੰਦੇ ਜਰ ਵੇਸ ਕਰੇਂਦੀ ਆਈ। ਬੁਢੇਪਾ ਜਿਵੇਂ ਹੋਰ ਵੇਸ ਧਾਰ, ਹੋਰਾਂ ਰੂਪਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਜਿਵੇਂ ਸਰੀਰ ਤਬਦੀਲੀਆਂ ਸਹਿੰਦਾ ਹੈ, ਫਿਰ ਓੜਕ ਨੂੰ ਇਹ ਜਨਮ ਮੌਤ ਦੇ ਅਗੋਸ਼ ਵਿੱਚ ਚਲਿਆ ਜਾਂਦਾ ਹੈ। ਕੋ ਰਹਿ ਨਾ ਭਰੀਐ ਪਾਈਐ, ਪਾਈ ਜਿਵੇਂ ਭਰ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਸਮੇਂ ਨੂੰ ਮਾਪਣ ਦੀਆਂ ਆਪਣੀਆਂ ਤਕਨੀਕਾਂ ਹੁੰਦੀਆਂ ਸਨ। ਜਦੋਂ ਘੜੀਆਂ ਦੀ ਖੋਜ ਨਹੀਂ ਸੀ ਹੋਈ, ਲੋਕ ਰੇਤ ਦਾ ਇੱਕ ਡੱਬਾ ਜਿਹਾ ਭਰ ਕੇ ਉਹਨੂੰ ਉਲਟਾ ਕਰ ਲੈਂਦੇ ਸਨ। ਪਾਈ ਭਰਨੀ, ਜਦੋਂ ਪਾਈ ਭਰ ਜਾਂਦੀ ਤਾਂ ਸਮਝਿਆ ਜਾਂਦਾ ਵੀ ਇੰਨਾ ਸਮਾਂ ਹੋ ਗਿਆ, ਇੰਨਾ ਸਮਾਂ ਮੁਕੰਮਲ ਹੋ ਗਿਆ। ਅੱਖ ਦੇ ਫੋਰ ਤੋਂ, ਨਿਮਕ ਤੋਂ ਲੈ ਕੇ ਚੱਸੇ, ਵਿਸੋਏ, ਪੈਰ, ਫਿਰ ਉਹਨੂੰ ਪੈਰਾਂ ਦੇ ਵਿੱਚ ਘੜੀਆਂ ਹੁੰਦੀਆਂ ਸਨ, ਫਿਰ ਪੈਰਾਂ ਤੋਂ ਅੱਗੇ ਦਿਨ ਰਾਤ, ਇਵੇਂ ਸਮੇਂ ਨੂੰ ਮਾਪਣ ਦਾ ਯੰਤਰ। ਤੋ ਪਾਈ ਭਰੀ ਦਾ ਮਤਲਬ ਜਦੋਂ ਸਮਾਂ ਪੁੱਗ ਜਾਂਦਾ ਹੈ, ਵਕਤ ਆ ਜਾਂਦਾ ਹੈ, ਦਿੱਤੀ ਹੋਈ ਲਾਈਨ ਪੂਰੀ ਹੋ ਜਾਂਦੀ ਹੈ, ਫਿਰ ਕੋਈ ਨਹੀਂ ਰੋਕ ਸਕਦਾ। ਤੋ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਸਦੀਵ ਕਾਲ ਅਟੱਲ ਹੈ। ਮਹਾਰਾਜ ਨੇ ਪੌੜੀ ਵਿੱਚ ਫਰਮਾਇਆ, ਜਿਹੜਾ ਜੀਵ ਉਸ ਨਿਰੰਕਾਰੀ ਹੁਕਮ ਦੇ ਨਾਲ ਜੁੜਦਾ ਹੈ, ਵਾਹਿਗੁਰੂ ਦੀ ਨਾਮ ਬੰਦਗੀ ਦੇ ਨਾਲ ਜੁੜਦਾ ਹੈ, ਗੁਣ ਧਾਰਨ ਕਰਦਾ ਹੈ, ਉਹ ਵਿਕਾਰਾਂ ਦੇ ਨਰਕ ਤੋਂ ਬਚਦਾ ਹੈ, ਉਹ ਫਿਰ ਜਗਤ ਦੇ ਝੂਠੇ ਤਮਾਸ਼ੇ ਵਿੱਚ ਨਹੀਂ ਪਰਚਦਾ, ਉਹ ਵੱਡੇ ਸਾਂਗ ਨੂੰ ਵੇਖਦਾ ਹੈ, ਸਿਰਜਣਹਾਰੇ ਤੋਂ ਬਲ ਔਰ ਸਦਕੇ ਜਾਂਦਾ ਹੈ। ਸਾਹਿਬ ਕਿਰਪਾ ਕਰਨ। ਅਗਲੇਰੀ ਪੌੜੀ ਦੇ ਨਾਲ ਸੰਬੰਧਿਤ ਸ਼ਲੋਕ ਜਿਹੜੇ ਹਨ ਅਗਲੇ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।